हाँ जी, स्वागत है तुहाडा सारिਆਂ ਦਾ ਤੁਹਾਡੇ ਆਪਣੇ YouTube ਚੈਨਲ ਤੇ। ਸੋ ਟੂਡੇ ਤੁਹਾਡੇ ਨਾਲ ਇੰਪੋਰਟੈਂਟ ਡਿਸਕਸ਼ਨ ਕਰਾਂਗੇ PSSB ਕਲਰਕ ਟਾਈਪਿੰਗ ਟੈਸਟ ਰਿਲੇਟਡ, ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡਾ ਜਿਹੜਾ ਇਨ ਅਪਕਮਿੰਗ ਜਿਹੜਾ ਡੇਜ਼ ਦੇ ਵਿੱਚ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਹੋਣਾ ਹੈਗਾ। ਸੋ ਬਹੁਤ ਸਾਰੇ ਕੈਂਡੀਡੇਟ ਟਾਈਪਿੰਗ ਟੈਸਟ ਦੀ ਤਿਆਰੀ कर रहे हैं। उस रिलेटेड आपां तुहाडे नाल अज एक इंपॉर्टेंट जिहड़ियां इंस्ट्रक्शन ने हदायतां ने जो SSB डिपार्टमेंट द्वारा क्लर्क लीगर का जिहड़ा तुहाडा टाइपिंग टैसट होया सीगा 2021 दे विच, ठीक है। उस टाइपिंग टैसट दे विच उन्हां द्वारा की हदायतां कैंਡੀਡੇਟਸ नूं जारी कीतियां गईयां सन टाइपिंग टैसट होने तो पहला, वो तुहाडे नाल डिस्कशन करांगे। क्योंकि जिहड़ा तुहाडा टाइपिंग टैसट 2022 ਦੇ ਵਿੱਚ ਹੋਣਾ ਹੈਗਾ SSB ਕਲਰਕ ਦਾ ਸੇਮ ਜਿਹੜੀਆਂ ਇਹੀ ਉਹਨਾਂ ਦੁਆਰਾ ਜਿਹੜੀਆਂ ਆਪਾਂ ਨੂੰ ਇੰਸਟਰਕਸ਼ਨਸ ਜਾਰੀ ਕੀਤੀਆਂ ਜਾਣਗੀਆਂ। ਸੋ ਜਿੰਨਾ ਵੀ ਕੈਂਡੀਡੇਟਸ ਦਾ ਟਾਈਪਿੰਗ ਟੈਸਟ ਹੋਣਾ ਹੈ, ਟਾਈਪਿੰਗ ਟੈਸਟ ਦੀ ਤਿਆਰੀ ਕਰ ਰਹੇ ਹਨ, ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣਾ ਐਂਡ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਮੈਂਟਰ YouTube ਚੈਨਲ 'ਤੇ ਪੰਜਾਬੀ ਟਾਈਪਿੰਗ ਦੀਆਂ ਕਲਾਸਿਸ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤੀਆਂ ਗਈਆਂ ਸਨ। ਸੋ ਕਲਾਸਿਸ ਵੀ ਜ਼ਰੂਰ ਅਟੈਂਡ ਕਰ ਲੈਣਾ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ। ਇਸ ਤੋਂ ਇਲਾਵਾ ਕਮੈਂਟ ਜ਼ਰੂਰ ਕਰ ਦੇਣਾ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਈ। ਤਾਂ ਜਦੋਂ ਤੁਹਾਡਾ ਜਿਹੜਾ ਟਾਈਪਿੰਗ ਟੈਸਟ ਹੋਇਆ ਸੀਗਾ 2021 ਦੇ ਵਿੱਚ ਕਲਰਕ ਲੀਗਲ ਦਾ, ਉਸ ਸੰਬੰਧੀ ਉਹਨਾਂ ਦੁਆਰਾ ਜਿਹੜੀਆਂ ਜਨਰਲ ਇੰਸਟਰਕਸ਼ਨ ਜਾਰੀ ਕੀਤੀਆਂ ਗਈਆਂ ਸਨ, ਠੀਕ ਹੈ। ਫਸਟ ਉਹਨਾਂ ਦੁਆਰਾ ਆਪਾਂ ਨੂੰ ਕਿਹਾ ਗਿਆ ਸੀ ਜਿਹੜਾ ਤੁਹਾਡਾ ਪੰਜਾਬੀ ਐਂਡ ਇੰਗਲਿਸ਼ ਦਾ ਟਾਈਪਿੰਗ ਟੈਸਟ ਕੰਡਕਟ ਕੀਤਾ ਜਾਵੇਗਾ। ਉਹ ਕਿਹਾ ਸੀਗਾ ਜੀ ਪੰਜਾਬੀ ਐਂਡ ਇੰਗਲਿਸ਼ ਟਾਈਪ ਟੈਸਟਸ ਵਿਲ ਬੀ ਕੰਡਕਟਡ ਔਨ ਦਾ ਕੰਪਿਊਟਰ ਯੂਜ਼ਿੰਗ ਟਾਈਪਿੰਗ ਸੌਫਟਵੇਅਰ, ਠੀਕ ਹੈ। ਤੁਹਾਡਾ ਜਿਹੜਾ ਟਾਈਪਿੰਗ ਸੌਫਟਵੇਅਰ 'ਤੇ ਟੈਸਟ ਹੋਵੇਗਾ। ਦਾ ਟਾਈਪ ਟੈਸਟ ਵਿਲ ਬੀ ਐਵਲੂਏਟਡ ਬਾਏ ਦਾ ਸੌਫਟਵੇਅਰ ਐਂਡ ਰਿਜ਼ਲਟ ਵਿਲ ਬੀ ਡਿਸਪਲੇਡ ਇੰਸਟੈਂਟਲੀ ਇਨਕਲੂਡਿੰਗ ਆਲ ਦਾ ਟਾਈਪਿੰਗ ਐਰਰਸ। ਇਹਨਾਂ ਨੇ ਕਿਹਾ ਹੈਗਾ ਤੁਹਾਡਾ ਜਿਹੜਾ ਟੈਸਟ ਦਾ ਜਿਹੜਾ ਰਿਜ਼ਲਟ ਉਹ ਨਾਲ ਦੀ ਨਾਲ ਸਬਮਿਟ ਹੋਣ ਤੋਂ ਬਾਅਦ ਵਿਦ ਐਰਰਸ ਆ ਜਾਵੇਗਾ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਇਹਨਾਂ ਦੁਆਰਾ ਕਿਹਾ ਗਿਆ ਸੀ ਆਪਾਂ ਨੂੰ ਇੰਸਟਰਕਸ਼ਨ ਵਿੱਚ ਕੈਂਡੀਡੇਟ ਵਿਲ ਹੈਵ ਟੂ ਟੈਪ ਪੰਜਾਬੀ ਪਾਸ। ਜਿਹੜਾ ਤੁਹਾਡਾ ਪੰਜਾਬੀ ਦਾ ਟਾਈਪਿੰਗ ਟੈਸਟ ਹੋਵੇਗਾ ਉਹ ਯੂਨੀਕੋਡ ਕੰਪਲੀਟ ਰਾਵੀ ਫੌਂਟ, ਠੀਕ ਹੈ। ਇਸ ਦੇ ਵਿੱਚ ਜਿਹੜਾ ਦੁਆਰਾ ਕਿਹਾ ਸੀ ਹੋਵੇਗਾ, ਠੀਕ ਹੈ ਜੀ। ਸੋ ਇਸ ਨੂੰ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿਉਂਕਿ ਤੁਸੀਂ ਤਿਆਰੀ ਕਰ ਰਹੇ ਹੋ, ਠੀਕ ਹੈ। ਰਾਵੀ ਫੌਂਟ ਦੇ ਵਿੱਚ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਉਹਨਾਂ ਦਾ ਕੰਪੋਜ਼ ਕੀਤਾ ਜਾਵੇਗਾ, ਠੀਕ ਹੈ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ The duration of ਪੰਜਾਬੀ ਐਂਡ ਇੰਗਲਿਸ਼ ਟੈਪ ਟੈਸਟ ਵਿਲ ਬੀ 10 ਮਿੰਟ ਫੋਰ ਈਚ ਟੈਸਟ, ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਹਾਡੇ ਕੋਲ 10 ਮਿੰਟ ਦਾ ਸਮਾਂ ਹੋਵੇਗਾ, ਠੀਕ ਹੈ। ਸੋ ਜੋ ਤੁਹਾਡੇ ਕੋਲੇ ਟੈਪਿੰਗ ਟੈਸਟ ਲਈ ਹੋਵੇਗਾ ਟਾਈਮ ਇੰਟਰਵਲ ਆਫ 5 ਮਿੰਟ ਵਿਲ ਪ੍ਰੋਵਾਈਡਡ ਬਿਟਵੀਨ ਦਾ ਬੋਥ ਲੈਂਗੁਏਜ। ਜੇਕਰ ਤੁਹਾਡਾ ਪਹਿਲਾਂ ਪੰਜਾਬੀ ਦਾ ਟਾਈਪਿੰਗ ਟੈਸਟ ਹੁੰਦਾ ਉਸ ਤੋਂ ਬਾਅਦ ਤੁਹਾਡੇ ਕੋਲੇ 5 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਰੈਸਟ ਲਈ। ਉਸ ਤੋਂ ਬਾਅਦ ਤੁਹਾਡਾ ਫਿਰ ਇੰਗਲਿਸ਼ ਦਾ ਟਾਈਪਿੰਗ ਟੈਸਟ ਲਿਆ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਟੂ ਕਲੀਅਰ ਦਾ ਟੈਸਟ ਦਾ ਕੈਂਡੀਡੇਟ ਮਸਟ ਹੈ ਮਿਨੀਮਮ ਗ੍ਰੋਸ ਟਾਈਪਿੰਗ ਸਪੀਡ ਆਫ 30 ਵਰਡਸ ਪਰ ਮਿੰਟ। ਇਹ ਕਹਿੰਦੇ ਜੀ 1 ਮਿੰਟ ਦੇ ਵਿੱਚ ਤੁਸੀਂ 30 ਵਰਡ ਜਿਹੜੇ ਟੈਪ ਕਰਨੇ ਹਨ ਮਿਨੀਮਮ, ਠੀਕ ਹੈ। ਟੈਸਟ ਨੂੰ ਪਾਸ ਕਰਨ ਲਈ ਬੋਥ ਪੰਜਾਬੀ ਐਂਡ ਇੰਗਲਿਸ਼ ਦੋਨੋਂ ਵਿੱਚ 8% ਤੁਹਾਡੀਆਂ ਨੇ ਮਿਸਟੇਕ ਮਾਫ ਹੋਣਗੀਆਂ, 92% ਘੱਟੋ ਘੱਟ ਐਟਲੀਸਟ ਤੁਹਾਡੀ 92% ਦੀ ਐਕੂਰੈਂਸੀ ਟੈਸਟ ਨੂੰ ਪਾਸ ਕਰਨ ਲਈ ਹੋਣੀ ਚਾਹੀਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਨੇ ਅੱਗੇ ਆਪਾਂ ਨੂੰ ਕਿਹਾ ਗਿਆ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਹੋਵੇਗਾ ਉਹ ਜਿਹੜਾ ਤੁਹਾਡਾ ਚੰਕਸ ਦੇ ਵਿੱਚ ਹੋਵੇਗਾ, ਠੀਕ ਹੈ। ਸੋ ਉਸ ਦੇ ਵਿੱਚ ਜੇਕਰ ਤੁਸੀਂ ਸਪੇਸ ਐਰਰ ਕਰਦੇ ਹੋ, ਠੀਕ ਹੈ, ਰੋਂਗ ਸਪੇਸਿੰਗ ਕਰਦੇ ਹੋ, ਮਤਲਬ ਤੁਸੀਂ ਸਪੇਸ ਜ਼ਿਆਦਾ ਛੱਡਦੇ ਹੋ ਜਿੰਨੀ ਨਹੀਂ ਹੈਗੀ, ਤਾਂ ਉਸ ਨੂੰ ਵੀ ਐਜ਼ ਏ ਜਿਹੜਾ ਐਰਰ ਟਰੀਟ ਕੀਤਾ ਜਾਵੇਗਾ, ਠੀਕ ਹੈ। ਇਸ ਬਾਰੇ ਤੁਹਾਨੂੰ ਮੈਂ ਨੈਕਸਟ ਜਿਹੜਾ ਦਿਖਾਵਾਂਗਾ ਕਿਉਂਕਿ ਇਸ ਬਾਰੇ ਜਿਹੜਾ ਨੈਕਸਟ ਨੇ ਡਿਟੇਲ ਵੀ ਦਿੱਤਾ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਸਮ ਆਫ ਦਾ ਕੀਜ਼ ਆਫ ਦਾ ਕੀਬੋਰਡ। ਸੋ ਜਿਹੜੀਆਂ ਕੀਜ਼ ਤੁਹਾਡੀਆਂ ਜਿਹੜੀਆਂ ਯੂਜ਼ ਦੇ ਵਿੱਚ ਆਉਣਗੀਆਂ ਉਹੀ ਕੀਜ਼ ਦਾ ਤੁਸੀਂ ਯੂਜ਼ ਕਰਨਾ ਹੈ, ਠੀਕ ਹੈ। ਇਹਨਾਂ ਦਾ ਕਿਹਾ ਗਿਆ ਜਿਹੜੀਆਂ ਕੀਜ਼ ਸਮ ਆਫ ਦਾ ਕੀਜ਼ ਆਫ ਕੀਬੋਰਡ ਵਿਚ ਆਰ ਨਾਟ ਰਿਲੇਵੈਂਟ ਟੂ ਦਾ ਟਾਈਪਿੰਗ ਟੈਸਟ। ਸੋ ਜਿਹੜੀਆਂ ਉਹ ਹੋਣਗੀਆਂ ਨਾਨ ਫੰਕਸ਼ਨਲ ਡੂਰਿੰਗ ਦਾ ਟਾਈਪਿੰਗ ਟੈਸਟ ਤੁਹਾਡੇ ਕੋਲ ਹੋਣਗੀਆਂ, ਓਨਲੀ ਜਿਹੜੀਆਂ ਯੂਜ਼ ਵਿੱਚ ਆਉਣਗੀਆਂ ਉਹੀ ਜਿਹੜੀਆਂ ਤੁਸੀਂ ਕੀਜ਼ ਯੂਜ਼ ਕਰ ਸਕਦੇ ਹੋ। ਨੈਕਸਟ ਇਹਨਾਂ ਦਾ ਕਿਹਾ ਗਿਆ ਜੀ The login detail username password will provided to the candidate before the starting of exam to the assess typing test application, ठीक है जी। ਤੁਹਾਡਾ ਟਾਈਪਿੰਗ ਟੈਸਟ ਹੋਣ ਤੋਂ ਪਹਿਲਾਂ ਤੁਹਾਨੂੰ ਯੂਜ਼ਰ ID ਐਂਡ ਪਾਸਵਰਡ ਜਿਹੜਾ ਪ੍ਰੋਵਾਈਡ ਕੀਤਾ ਜਾਵੇਗਾ।
Next, candidate is suggested to follow all the instruction carefully appear on the computer screen at the time of typing test। ਟਾਈਪਿੰਗ ਟੈਸਟ ਦੇ ਵਿੱਚ ਜਿਹੜਾ ਤੁਸੀਂ ਬੈਠਣ ਤੋਂ ਪਹਿਲਾਂ ਜਿਹੜਾ ਸਾਰੀਆਂ ਇੰਸਟਰਕਸ਼ਨ ਨੂੰ ਕੇਅਰਫੁਲੀ ਰੀਡ ਕਰ ਲੈਣਾ, ਠੀਕ ਹੈ। ਸੋ ਨੈਕਸਟ ਨੰਬਰ ਕਿਹਾ ਜੀ ਕੈਂਡੀਡੇਟ ਸ਼ੁੱਡ ਰਿਪੋਰਟ ਐਟ ਦਾ ਐਗਜ਼ਾਮੀਨੇਸ਼ਨ ਸੈਂਟਰ। ਤੁਸੀਂ ਟਾਈਮ 'ਤੇ ਆਉਣਾ, ਠੀਕ ਹੈ। ਤੁਹਾਨੂੰ ਪਤਾ ਚੱਲ ਜਾਊਗਾ, ਤੁਹਾਡਾ ਐਡਮਿਟ ਕਾਰਡ ਹੋਵੇਗਾ ਜਦੋਂ ਵੀ ਜਾਰੀ ਹੋਵੇਗਾ। ਜਿਹੜਾ ਇਹ ਆਪਾਂ ਤੁਹਾਨੂੰ ਇੰਸਟਰਕਸ਼ਨ ਦੱਸ ਰਹੇ ਹਾਂਗੇ, ਇਹ ਜਿਹੜਾ 2021 ਦੇ ਵਿੱਚ ਲੀਗਲ ਕਲਰਕ ਦੀ ਜਿਹੜੀ ਟਾਈਪਿੰਗ ਟੈਸਟ ਹੋਈ ਸੀ ਉਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਸਨ। ਸਾਰੇ ਜਾਣੇ ਕਲਾਸ ਜਿਹੜੀ ਹੈ ਜ਼ਰੂਰ ਦੇਖੋ, ਅੱਗੇ ਬਹੁਤ ਕੁਝ ਤੁਹਾਨੂੰ ਨਿਊ ਦੇਖਣ ਨੂੰ ਮਿਲੇਗਾ, ਠੀਕ ਹੈ ਜੀ। ਇਹਨਾਂ ਨੇ ਕਿਹਾ ਹੈਗਾ ਡੈਫੀਨੇਸ਼ਨ ਆਫ ਅ ਵਰਡ ਐਜ਼ ਬੀਨ ਸਟੈਂਡਰਡਾਈਜ਼ਡ ਟੂ 5 ਕਰੈਕਟਰਸ, ਠੀਕ ਹੈ। ਤੁਹਾਡੇ ਕੋਲ ਲਾਈਕ ਦੈਟ ਤੁਸੀਂ ਕੋਈ ਵੀ ਇੱਕ ਵਰਡ ਟੈਪ ਕਰਦੇ ਹੋ, ਕੋਈ ਵੀ ਇੱਕ ਨੇਮ ਟੈਪ ਕਰਦੇ ਹੋ, ਠੀਕ ਹੈ। ਇਸ ਤਰ੍ਹਾਂ ਤੁਸੀਂ ਨੇਮ ਲਿਖਤਾ, ਇਸ ਨੂੰ ਐਜ਼ ਅ ਇੱਕ ਵਰਡ ਟਰੀਟ ਕੀਤਾ ਜਾਵੇਗਾ, ਠੀਕ ਹੈ। ਸੋ ਇਸ ਨੂੰ 5 ਕਰੈਕਟਰ ਕੰਸੀਡਰ ਕੀਤਾ ਜਾਵੇਗਾ। ਤੁਹਾਨੂੰ ਮੈਂ ਦੱਸ ਦਾਂਗਾ ਇਹ 5 ਕਰੈਕਟਰ ਪੂਰੀ ਪਲਾਨ ਹੈ ਕੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਜਿਹੜਾ ਤੁਹਾਡਾ ਪੈਰਾ ਹੋਵੇਗਾ ਗਿਵਨ ਫੋਰ ਟੈਪਿੰਗ ਪੰਜਾਬੀ ਐਂਡ ਇੰਗਲਿਸ਼ ਵਿਲ ਤੁਹਾਡੀ ਸਕਰੀਨ 'ਤੇ ਡਿਸਪਲੇ ਹੋਵੇਗਾ, ਠੀਕ ਹੈ। ਤੁਹਾਡੇ ਕੋਲ ਚੰਕਸ ਹੋਣਗੇ, ਚੰਕਸ ਆਫ 3 ਲਾਈਨਸ ਆਫ ਟੈਕਸਟ ਹੋਵੇਗਾ। ਤੁਹਾਡੇ ਕੋਲ ਚੰਕਸ ਦੇ ਵਿੱਚ 3 ਲਾਈਨਸ ਦਾ ਜਿਹੜਾ ਟੈਕਸਟ ਹੋਵੇਗਾ ਐਂਡ ਦਾ ਕੈਂਡੀਡੇਟ ਹੈਜ਼ ਟੂ ਟੈਪ ਦਾ ਮੈਟਰ ਐਗਜ਼ੈਕਟਲੀ, ਠੀਕ ਹੈ। ਸੋ ਇਹਨਾਂ ਦੁਆਰਾ ਕਿਹਾ ਗਿਆ ਜਿਹੜਾ ਤੁਹਾਡੇ ਕੋਲ ਚੰਕਸ ਹੋਣਗੇ 3 ਲਾਈਨ ਦਾ ਉਸ ਦੇ ਵਿੱਚ ਜਿਹੜਾ ਟੈਕਸਟ ਹੋਵੇਗਾ, ਕਿਉਂਕਿ ਤੁਹਾਨੂੰ ਪਤਾ ਹੈਗਾ ਜਿਹੜੇ ਤੁਹਾਡੇ ਕੋਲ 10 ਚੰਕਸ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ ਦਿੱਤੇ ਜਾਣਗੇ। ਜੇਕਰ ਤੁਸੀਂ ਇਹਨਾਂ ਦੁਆਰਾ ਕਿਹਾ ਗਿਆ ਐਕਸਟਰਾ ਵਰਡ ਜੇਕਰ ਤੁਸੀਂ ਪ੍ਰੈਸ ਕਰਦੇ ਹੋ, ਠੀਕ ਹੈ, ਤਾਂ ਉਸ ਨੂੰ ਐਜ਼ ਆ ਜਿਹੜਾ ਐਰਰ ਟਰੀਟ ਕੀਤਾ ਜਾਵੇਗਾ, ਠੀਕ ਹੈ। ਇਸ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ। ਸੋ ਇਹਨਾਂ ਦੁਆਰਾ ਕਿਹਾ ਗਿਆ ਐਕਸਟਰਾ ਵਰਡ ਐਂਡ ਕਰੈਕਟਰ ਟਾਈਪਡ ਬਾਈ ਦਾ ਕੈਂਡੀਡੇਟ ਵਿਲ ਬੀ ਕੰਸੀਡਰਡ ਐਜ਼ ਮਿਸਟੇਕ, ਠੀਕ ਹੈ। ਜੇਕਰ ਤੁਸੀਂ ਜਿੰਨੇ ਵਰਡ ਹੈਗੇ ਨੇ ਇੱਕ ਚੰਕ ਦੇ ਵਿੱਚ ਜੇਕਰ ਤੁਸੀਂ ਜ਼ਿਆਦਾ ਲਿਖ ਦਿੰਦੇ ਹੋ, ਪਲੱਸ ਲਿਖ ਦਿੰਦੇ ਹੋ, ਤਾਂ ਉਸ ਨੂੰ ਜੇਕਰ 2 ਜ਼ਿਆਦਾ ਲਿਖੀ ਤਾਂ ਉਸ ਨੂੰ 2 ਤੁਹਾਡੀਆਂ ਐਰਰ ਜਿਹੜੀਆਂ ਕੰਸੀਡਰ ਕੀਤੀਆਂ ਜਾਣਗੀਆਂ, ਠੀਕ ਹੈ ਜੀ। ਸੋ ਨੈਕਸਟ ਇੰਪੋਰਟੈਂਟ ਲਾਈਨ ਹੈਗੀ ਹੈ, ਨੈਕਸਟ ਨਾਲ ਕਿਹਾ ਗਿਆ ਈਚ ਜਿਹੜਾ ਚੰਕ ਹੋਵੇਗਾ ਤੁਹਾਡਾ ਈਚ ਚੰਕ ਆਫ ਟੈਕਸਟ ਵਿਲ ਕੰਟੇਨ ਅਪਰੋਕਸੀਮੇਟਲੀ ਜਿਹੜਾ 32 ਤੋਂ 34 ਵਰਡਸ ਦਾ ਹੋਵੇਗਾ। ਦੇਅਰ ਵਿਲ ਵੀ ਟੋਟਲ 10 ਚੰਕ ਤੁਹਾਡੇ ਕੋਲ ਹੋਣਗੇ, ਠੀਕ ਹੈ। ਜੇਕਰ ਤੁਹਾਡੇ ਕੋਲ 34 ਵਰਡ ਦਾ ਹੋਇਆ ਤਾਂ 340 ਮੀਨਸ ਤੁਹਾਡੀ 34 ਦੀ ਸਪੀਡ ਬਣ ਜਾਵੇਗੀ। ਕੈਂਡੀਡੇਟ ਐਜ਼ ਟੂ ਟੈਪ ਆਲ ਦਾ 10 ਟੈਕਸਟ ਚੰਕਸ ਟੂ ਬੀ ਐਲੀਜੀਬਲ ਫੋਰ ਕਲੀਅਰਿੰਗ ਦਾ ਟੈਸਟ। ਤੁਹਾਡੇ ਕੋਲ ਜਿਹੜਾ ਟੈਸਟ ਪਾਸ ਕਰਨ ਲਈ ਇਹਨਾਂ 10 ਚੰਕਸ ਨੂੰ ਜਿਹੜਾ ਤੁਸੀਂ ਕਲੀਅਰ ਕਰਨਾ ਜ਼ਰੂਰੀ ਹੈ। ਕੈਂਡੀਡੇਟ ਹੂ ਫਿਨਿਸ਼ ਟੈਪਿੰਗ ਆਲ ਦਾ 10 ਨੈਕਸਟ ਚੰਕਸ ਕੈਨ ਬੀ ਰਿਮੇਨਿੰਗ ਟਾਈਮ ਟੂ ਰਿਮੂਵ। ਜੇਕਰ ਤੁਸੀਂ 10 ਚੰਕ ਨੂੰ ਟਾਈਮ ਤੋਂ ਪਹਿਲਾਂ ਖਤਮ ਕਰ ਦਿੰਦੇ ਹੋ, ਜੇਕਰ ਤੁਸੀਂ 8 ਮਿੰਟ ਵਿੱਚ 10 ਚੰਕ ਖਤਮ ਕਰ ਦਿੱਤੇ ਤਾਂ 2 ਮਿੰਟ ਵਿੱਚ ਇਹਨਾਂ ਨੇ ਕਿਹਾ ਤੁਸੀਂ ਆਪਣੀਆਂ ਐਰਰਾਂ ਨੂੰ ਜਿਹੜਾ ਕਰੈਕਟ ਕਰ ਸਕਦੇ ਹੋ, ਠੀਕ ਹੈ। ਇਹਨਾਂ ਨੇ ਅੱਗੇ ਕਿਹਾ ਜੀ ਆਫਟਰ ਟੈਪਿੰਗ 80% ਆਫ ਦਾ ਟੈਕਸਟ ਇਨ ਕਰੰਟ ਚੰਕ ਕੈਂਡੀਡੇਟ ਕੈਨ ਯੂਜ਼ ਦਾ ਐਂਟਰ ਕੀ ਨਾਲ ਤੁਸੀਂ 80% ਜੇਕਰ ਕਿਸੇ ਵੀ ਚੰਕ ਨੂੰ ਕੰਪਲੀਟ ਕਰ ਦਿੰਦੇ ਹੋ, ਮਤਲਬ ਕੋਈ ਵੀ ਚੰਕ ਨੂੰ ਅੱਗੇ ਜਾਣਾ ਚਾਹੁੰਦੇ ਹੋ ਨੈਕਸਟ ਚੰਕ ਵਿੱਚ, ਤਾਂ 80% ਚੰਕ ਕੰਪਲੀਟ ਕਰਨਾ ਜ਼ਰੂਰੀ ਹੈ, ਨਹੀਂ ਤੁਸੀਂ ਅੱਗੇ ਨਹੀਂ ਜਾ ਸਕਦੇ। ਐਂਟਰ ਕੀ ਜਾਂ ਡਾਊਨ ਐਰੋ ਕੀ ਦਾ ਯੂਜ਼ ਕਰਕੇ ਤੁਸੀਂ ਨੈਕਸਟ ਚੰਕ ਦੇ ਵਿੱਚ ਜਾ ਸਕਦੇ ਹੋ, ਠੀਕ ਹੈ। ਸੋ ਇਸ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ। ਨੈਕਸਟ ਨੰਬਰ ਕਿਹਾ ਗਿਆ ਜਿਹੜਾ ਸਪੇਸ ਨੇ, ਨੰਬਰ ਨੇ, ਲੈਟਰਸ, ਪੰਚੁਏਸ਼ਨ ਐਂਟਰ ਕੀ ਆਰ ਆਲ ਕਾਊਂਟਡ ਐਜ਼ ਕਰੈਕਟਰ ਫੋਰ ਕੈਲਕੂਲੇਟਿੰਗ ਗ੍ਰੋਸ ਸਪੀਡ, ਜਿਹੜਾ ਇਹਨਾਂ ਨੂੰ ਕਾਊਂਟ ਕੀਤਾ ਜਾਵੇਗਾ। ਬਟ ਜਿਹੜਾ ਐਕਸਟਰਾ ਸਪੇਸ ਤੁਸੀਂ ਪ੍ਰੈਸ ਕਰੋਗੇ, ਐਕਸਟਰਾ ਐਂਟਰ ਕੀਜ਼ ਕਰੋਗੇ, ਐਨੀ ਫੰਕਸ਼ਨ ਕੀਜ਼ ਸੱਚ ਐਜ਼ ਸ਼ਿਫਟ ਅਲਟ ਔਰ ਬੈਕ ਸਪੇਸ ਵਿਲ ਨਾਟ ਕਾਊਂਟਡ, ਜਿਹੜੀਆਂ ਐਕਸਟਰਾ ਤੁਸੀਂ ਪ੍ਰੈਸ ਕਰੋਗੇ ਉਹ ਕਾਊਂਟ ਨਹੀਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇੰਪੋਰਟੈਂਟ ਜਿਹੜਾ ਤੁਸੀਂ ਧਿਆਨ 'ਚ ਰੱਖਣਾ ਹੈਗਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਪੰਜਾਬੀ ਟਾਈਪਿੰਗ ਦੀ ਤਿਆਰੀ ਕਰ ਰਹੇ ਹੋ। ਸੋ ਜੇਕਰ ਤੁਸੀਂ ਊੜੇ ਦੇ ਔਂਕੜ ਪਾਉਣਾ ਤਾਂ ਸ਼ਿਫਟ ਪਲੱਸ ਜੀ ਪ੍ਰੈਸ ਕਰਕੇ ਤੁਸੀਂ ਰੈਡੀਮੇਡ ਜਿਹੜਾ ਊੜੇ ਦੇ ਔਂਕੜ ਤੁਹਾਨੂੰ ਪੈ ਜਾਂਦਾ ਹੈਗਾ। ਤਾਂ ਜੇਕਰ ਤੁਸੀਂ ਪਹਿਲਾਂ ਊੜਾ ਪਾ ਕੇ ਫਿਰ ਔਂਕੜ ਪਾਉਣੇ ਤਾਂ ਇਸ ਤਰ੍ਹਾਂ ਪਵੇਗਾ, ਸੋ ਇਹ ਰੌਂਗ ਕਾਊਂਟ ਕੀਤਾ ਜਾਵੇਗਾ। ਸੋ ਇਸੇ ਤਰ੍ਹਾਂ ਹੀ ਸ਼ਿਫਟ ਪਲੱਸ ਟੀ ਤੋਂ ਤੁਹਾਡਾ ਜਿਹੜਾ ਊੜੇ ਦੇ ਦਲੈਂਕੜ ਪੈ ਜਾਂਦਾ ਹੈ। ਜੇਕਰ ਤੁਸੀਂ ਪਹਿਲਾਂ ਊੜਾ ਪ੍ਰੈਸ ਕਰਕੇ ਫਿਰ ਦਲੈਂਕੜ ਪਾਉਣੇ ਹੋ ਤਾਂ ਇਸ ਨੂੰ ਜਿਹੜਾ ਐਜ਼ ਆ ਐਰਰ ਟਰੀਟ ਕੀਤਾ ਜਾਵੇਗਾ। ਸੋ ਇਹਨਾਂ ਨੂੰ ਧਿਆਨ 'ਚ ਰੱਖਣਾ, ਠੀਕ ਹੈ। ਪੌਜ਼ ਕਰਕੇ ਦੇਖ ਸਕਦੇ ਤੁਸੀਂ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਜੀ ਈਡੀ ਦੇ ਦਲਾਮਾ ਸ਼ਿਫਟ ਪਲੱਸ ਐਸ ਤੋਂ ਪੈਂਦਾ। ਜੇਕਰ ਤੁਸੀਂ ਪਹਿਲਾਂ ਈਡੀ ਪ੍ਰੈਸ ਕਰਕੇ ਫਿਰ ਦਲਾਮਾ ਆਪਣਾ ਪਾਉਣੇ ਹੋਗੇ ਲਾਮਾ ਤਾਂ ਫਿਰ ਉਸ ਨੂੰ ਜਿਹੜਾ ਤੁਹਾਡਾ ਐਜ਼ ਆ ਐਰਰ ਟਰੀਟ ਕੀਤਾ ਜਾਵੇਗਾ, ਠੀਕ ਹੈ। ਸੋ ਇਸ ਨੂੰ ਤੁਸੀਂ ਧਿਆਨ 'ਚ ਰੱਖਣਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਨੇ ਕਿਹਾ ਮਿਸਟੇਕ, ਜੇਕਰ ਤੁਸੀਂ ਕਿਸੇ ਵਰਡ ਨੂੰ ਮਿਸ ਕਰਦੇ ਹੋ ਤਾਂ ਉਹ ਵੀ ਤੁਹਾਡੀ ਮਿਸਟੇਕ ਕਾਊਂਟ ਕੀਤੀ ਜਾਵੇਗੀ। ਜੇਕਰ ਤੁਸੀਂ ਰੌਂਗ ਵਰਡ ਪ੍ਰੈਸ ਕਰਦੇ ਹੋ ਤਾਂ ਤੁਹਾਡੀ ਜਿਹੜੀ ਇਹ ਵੀ ਜਿਹੜੀ ਐਰਰ ਹੋਵੇਗੀ। ਐਡੀਸ਼ਨ ਇਨ ਆਫ ਐਨੀ ਰੌਂਗ ਐਂਡ ਐਕਸਟਰਾ ਵਰਡ ਆਰ ਫਾਊਂਡ ਇਨ ਪੇਸੇਜ, ਜੇਕਰ ਤੁਸੀਂ ਐਕਸਟਰਾ ਵਰਡ ਪ੍ਰੈਸ ਕਰਦੇ ਹੋ ਤਾਂ ਉਹ ਵੀ ਤੁਹਾਡੀ ਐਰਰ ਕਾਊਂਟ ਕੀਤੀ ਜਾਵੇਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਇੰਪੋਰਟੈਂਟ ਹੈ ਹਾਫ ਮਿਸਟੇਕ, ਇਸ ਨੂੰ ਧਿਆਨ 'ਚ ਰੱਖਣਾ ਜੀ। ਹਾਫ ਮਿਸਟੇਕ ਤੁਹਾਡੀਆਂ ਕਿਹੜੀਆਂ ਹੋਣਗੀਆਂ ਜੇਕਰ ਤੁਸੀਂ ਵੇਅਰ ਨੋ ਸਪੇਸ ਔਰ ਐਕਸਟਰਾ ਸਪੇਸ ਇਜ਼ ਪ੍ਰੋਵਾਈਡਡ ਬਿਟਵੀਨ 2 ਵਰਡ। ਦੇਖੋ ਮੈਂ ਤੁਹਾਨੂੰ ਦੱਸਦਾ ਇਹ ਚੱਕਰ ਕੀ ਹੈ।
ਜੇਕਰ ਤੁਸੀਂ 2 ਵਰਡ ਪ੍ਰੈਸ ਕਰ ਲਏ, ਜਿਸ ਤਰ੍ਹਾਂ ਤੁਸੀਂ ਕੋਈ ਵੀ 2 ਵਰਡ ਪ੍ਰੈਸ ਕਰ ਰਹੇ ਹੋ, ਪੰਜਾਬੀ ਟਾਈਪਿੰਗ, ਜੇਕਰ ਤੁਸੀਂ ਇਹਨਾਂ ਨੂੰ ਨਾਲ ਪ੍ਰੈਸ ਕਰਦੇ ਹੋ ਮੀਨਜ਼ ਸਪੇਸ ਨਹੀਂ ਦਿੰਦੇ ਤਾਂ ਤੁਹਾਡੀ ਹਾਫ ਐਰਰ ਕਾਊਂਟ ਕੀਤੀ ਜਾਵੇਗੀ। ਠੀਕ ਹੈ ਜੀ, ਜੇਕਰ ਤੁਸੀਂ ਸਪੇਸ 2 ਵਾਰ ਦੇ ਦਿੰਦੇ ਹੋ ਫਿਰ ਵੀ ਆਪ ਹਾਫ ਐਰਰ ਕਾਊਂਟ ਕੀਤੀ ਜਾਵੇਗੀ। ਇਸ ਨੂੰ ਧਿਆਨ 'ਚ ਰੱਖਣਾ, ਜੇਕਰ ਸਪੇਸ ਨਹੀਂ ਦਿੰਦੇ ਪੰਜਾਬੀ ਟਾਈਪਿੰਗ ਦੇ ਵਿੱਚ ਤਾਂ ਵੀ ਹਾਫ ਐਰਰ ਕਾਊਂਟ ਹੋਵੇਗੀ, ਜੇਕਰ 2 ਵਾਰ ਸਪੇਸ ਦਿੰਦੇ ਹੋ ਤਾਂ ਵੀ ਹਾਫ ਐਰਰ ਕਾਊਂਟ ਹੋਵੇਗੀ। ਠੀਕ ਹੈ ਜੀ, ਇਸ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਧਿਆਨ 'ਚ ਰੱਖ ਸਕਦੇ ਹੋ। ਠੀਕ ਹੈ, ਸੋ ਤੁਹਾਡੀ ਜਿਹੜੀ ਗ੍ਰੋਸ ਕਰੈਕਟਰਸ, ਟੋਟਲ ਨੰਬਰ ਆਫ ਕਰੈਕਟਰ ਟਾਈਪ ਜਿਹੜੇ ਤੁਸੀਂ ਕਰੋਗੇ, ਜਿੰਨੇ ਵੀ ਕਰੈਕਟਰ ਟਾਈਪ ਕਰੋਗੇ ਉਹਨੂੰ ਗ੍ਰੋਸ ਕਰੈਕਟਰ ਕਹਿੰਦੇ ਨੇ। ਠੀਕ ਹੈ, ਐਰਰ ਕਰੈਕਟਰ, ਨੰਬਰ ਆਫ ਮਿਸਟੇਕ ਜਿਹੜੀ ਤੁਹਾਡੇ ਲੈਂਥ ਵਰਡ ਦੀ ਜਿਹੜੀ 5 ਇਹ ਕਾਊਂਟ ਕਰਨਗੇ। ਠੀਕ ਹੈ, ਨੈਟ ਕਰੈਕਟਰ ਤੁਹਾਡਾ ਜਿਹੜਾ ਗ੍ਰੋਸ ਕਰੈਕਟਰ ਐਂਡ ਐਰਰ ਕਰੈਕਟਰ ਨੂੰ ਜਿਹੜਾ ਮੈਂਸ ਕਰਕੇ ਆਉਣਗੇ ਉਹ ਨੈਟ ਕਰੈਕਟਰਸ ਆ ਜਾਣਗੇ। ਠੀਕ ਹੈ ਜੀ, ਸੋ ਇਸ ਨੂੰ ਤੁਸੀਂ ਧਿਆਨ 'ਚ ਰੱਖਣਾ। ਜੇਕਰ ਤੁਸੀਂ ਇਹਨਾਂ ਦੁਆਰਾ ਕਿਹਾ ਗਿਆ ਜੇਕਰ ਤੁਹਾਡੀ ਸਪੀਡ 29.9 ਵੀ ਆਉਂਦੀ ਹੈ ਤਾਂ ਉਹ ਜਿਹੜਾ ਕੈਂਡੀਡੇਟ ਪਾਸ ਨਹੀਂ ਹੋਵੇਗਾ, 30 ਦੀ ਸਪੀਡ ਤੁਹਾਡੇ ਲਈ ਪਾਸ ਕਰਨੀ ਜ਼ਰੂਰੀ ਹੈ। ਠੀਕ ਹੈ ਜੀ, ਸੋ ਇਹ ਸਾਰੀਆਂ ਜਿਹੜੀਆਂ ਇੰਸਟਰਕਸ਼ਨ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੱਕ ਇਹਨਾਂ ਨੇ ਐਗਜ਼ਾਮਪਲ ਦਿੱਤੀ, ਇਸ ਨੂੰ ਤੁਸੀਂ ਧਿਆਨ 'ਚ ਰੱਖਣਾ, ਸਪੀਡ ਕੈਲਕੂਲੇਸ਼ਨ ਐਗਜ਼ਾਮਪਲ। ਦੇਖੋ ਇਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਸੀਗੀ ਲੀਗਲ ਕਲਰਕ ਦੀਆਂ ਇੰਸਟਰਕਸ਼ਨ ਦੇ ਵਿੱਚ। ਇਹਨਾਂ ਦੁਆਰਾ ਕਿਹਾ ਗਿਆ ਸੀਗਾ ਕਿ ਜਿਹੜੀ ਸਪੀਡ ਤੁਹਾਡੀ ਕਿਸ ਤਰ੍ਹਾਂ ਦੀ ਕਾਊਂਟ ਹੋਵੇਗੀ। ਠੀਕ ਹੈ, ਇਹਨਾਂ ਨੇ ਇੱਕ ਆਪਾਂ ਨੂੰ ਲਾਈਨ ਲਿਖ ਕੇ ਦਿਖਾਈ, ਮਾਈ ਡਾਟਰ ਇਜ਼ ਸਟੱਡਿੰਗ ਐਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਸੋ ਨੈਕਸਟ ਇਹਨਾਂ ਦੁਆਰਾ 2 ਮਿੰਟ ਦਾ ਸਮਾਂ ਦਿੱਤਾ ਗਿਆ। ਠੀਕ ਹੈ, ਕੇਸ ਬਣਨ ਦੇ ਵਿੱਚ ਜੇਕਰ ਤੁਸੀਂ ਉਸਨੂੰ ਮਾਈ ਡਾਟਰ ਇਜ਼ ਸਟੱਡਿੰਗ ਐਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਐਜ਼ ਇਟ ਨੇ ਸਹੀ ਲਿਖਿਆ ਤਾਂ ਇਸ ਦੇ ਵਿੱਚ ਕੋਈ ਵੀ ਐਰਰ ਨਹੀਂ ਹੈਗੀ। ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਐਰਰ ਕਰੈਕਟਰ ਕੀ ਨੇ 0, ਨੈਟ ਕਰੈਕਟਰ ਵੀ ਫਿਰ 19 ਰਹਿ ਗਈ ਕਿਉਂਕਿ ਐਰਰ ਹੈ ਨਹੀਂ, ਤਾਂ 100% ਦੀ ਐਕੂਰੇਸੀ ਤੁਹਾਡੀ ਕਾਊਂਟ ਕੀਤੀ ਜਾਵੇਗੀ। ਠੀਕ ਹੈ, ਇਸ ਨੂੰ ਪਹਿਲੇ ਨੂੰ ਲਾਈਨ ਨੂੰ ਧਿਆਨ 'ਚ ਰੱਖਣਾ। ਨੈਕਸਟ ਵੀ ਆਪਾਂ ਦਿਖਾਉਣੇ ਐਰਰ ਫਾਈਂਡ ਕਰਕੇ, ਮਾਈ ਡਾਟਰ ਇਜ਼ ਸਟੱਡਿੰਗ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਨੈਕਸਟ ਇਹਨੇ ਕੀ ਲਿਖਤਾ ਜੀ, ਮਾਈ ਡਾਟਰ ਦੀ ਜਗ੍ਹਾ ਮਾਈ ਸਨ ਲਿਖਤਾ। ਇੱਕ ਐਰਰ ਹੋ ਗਈ ਨਾ, ਤਾਂ ਇੱਕ ਵਰਡ ਉਹਨੇ ਰੋਂਗ ਲਿਖਿਆ, ਇੱਕ ਵਰਡ ਰੋਂਗ ਲਿਖਿਆ, ਕਿਹੜਾ, ਡਾਟਰ ਦੀ ਥਾਂ ਸਨ ਪ੍ਰੈਸ ਕਰਤਾ। ਠੀਕ ਹੈ, ਤਾਂ ਇੱਕ ਵਰਡ ਨੂੰ ਇਹ 5 ਕਰੈਕਟਰ ਕੰਸੀਡਰ ਕਰਨਗੇ, ਚਾਹੇ ਉਹ 6 ਦਾ ਹੋਵੇ ਚਾਹੇ 4 ਕਰੈਕਟਰ ਦਾ ਹੋਵੇ, 5 ਕੰਸੀਡਰ ਕਰਨਗੇ। ਦੇਖੋ ਜੀ ਤੁਸੀਂ ਐਰਰ ਕਰੈਕਟਰ ਇਹਨਾਂ ਨੇ 5 ਕੰਸੀਡਰ ਕਰੇ ਨੇ, ਰੋਂਗ ਵਰਡ 1 ਕਰਿਆ, ਤਾਂ 50 ਮੈਨਸ ਜਿਹੜਾ 45 ਇਹਨਾਂ ਦੁਆਰਾ ਕੀਤਾ ਗਿਆ। ਠੀਕ ਹੈ, ਤਾਂ ਜਿਹੜੀ 90% ਦੀ ਐਕੂਰੇਂਸੀ ਇਹਨਾਂ ਦੁਆਰਾ ਕੱਢੀ ਗਈ ਹੈ। ਸੋ ਇਸ ਨੂੰ ਧਿਆਨ 'ਚ ਰੱਖਣਾ, ਜੇਕਰ ਤੁਸੀਂ ਇੱਕ ਵਰਡ ਜਿਹੜਾ ਰੋਂਗ ਕਰਦੇ ਹੋ ਤਾਂ 5 ਕਰੈਕਟਰ ਤੁਹਾਡੇ ਐਰਰ ਵਿੱਚ ਕਾਊਂਟ ਕੀਤੀ ਜਾਣਗੇ। ਨੈਕਸਟ ਇਹਨਾਂ ਦੁਆਰਾ ਮਾਈ ਡਾਟਰ ਇਜ਼ ਸਟੱਡਿੰਗ ਐਟ ਦੈਮ, ਇਸ ਨੂੰ ਐਕਸਟਰਾ ਵਰਡ ਇਹਨਾਂ ਦੁਆਰਾ ਪ੍ਰੈਸ ਕੀਤਾ ਗਿਆ, ਇੱਕ ਐਕਸਟਰਾ ਵਰਡ, ਇਸ ਨੂੰ ਵੀ ਇੱਕ ਐਰਰ ਇਹਨਾਂ ਦੁਆਰਾ ਕਾਊਂਟ ਕੀਤੀ ਗਈ ਹੈ। 5 ਮਤਲਬ ਇੱਕ ਐਰਰ ਦੇ ਵਿੱਚ 5 ਕਰੈਕਟਰ ਇਹਨਾਂ ਦੁਆਰਾ ਕਾਊਂਟ ਕੀਤੇ ਜਾਣਗੇ। ਠੀਕ ਹੈ, ਨੈਕਸਟ ਹੀ ਮਾਈ ਡਾਟਰ ਇਜ਼ ਸਟੱਡਿੰਗ ਇਟ, ਇਹਨਾਂ ਦੁਆਰਾ ਜਿਹੜਾ ਐਕਸਟਰਾ ਵਰਡ ਲੈਤਾ ਗਿਆ। ਠੀਕ ਹੈ, ਇਸ ਦੇ ਵਿੱਚ ਜਿਹੜੀ ਇਹਨਾਂ ਦੁਆਰਾ ਐਰਰ ਨਹੀਂ ਦਿੱਤੀ ਗਈ, ਦੇਖੋ ਇੱਥੇ ਧਿਆਨ 'ਚ ਰੱਖਣਾ, ਇਹਨਾਂ ਵਿੱਚ ਸਪੇਸ ਨਹੀਂ ਹੈਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਇਹ ਹਾਫ ਐਰਰ ਕਾਊਂਟ ਕੀਤੀ ਜਾਵੇਗੀ, ਹਾਫ ਐਰਰ ਕਾਊਂਟ ਕੀਤੀ ਜਾਵੇਗੀ। ਮੀਨਜ਼ ਐਰਰ ਕਰੈਕਟਰ ਤੁਹਾਡੇ ਇੱਕ ਤਾਂ ਤੁਹਾਡਾ ਹੋ ਗਿਆ ਇਟ, ਐਕਸਟਰਾ ਵਰਡ 5 ਇਹ ਹੋ ਗਏ, ਅਤੇ ਹਾਫ। ਠੀਕ ਹੈ, 5 ਦਾ ਹਾਫ 2.5 ਇਹ ਹੋ ਗਿਆ, ਮੰਨ ਜੀ 7.5 ਤੁਹਾਡੀ ਜਿਹੜੀ ਐਰਰ ਕਾਊਂਟ ਕੀਤੀ ਜਾਵੇਗੀ। ਸੋ ਇਸ ਨੂੰ ਵੀ ਧਿਆਨ 'ਚ ਰੱਖਣਾ। ਸੋ ਇਹ ਇਸ ਲਈ ਤੁਹਾਡੇ ਲਈ ਵੀਡੀਓ ਬਣਾਈ ਗਈ ਸੀ ਤਾਂ ਜੋ ਤੁਹਾਨੂੰ ਹੈਲਪ ਮਿਲੇ। ਠੀਕ ਹੈ, ਕਿਸ ਤਰ੍ਹਾਂ ਜਿਹੜੀਆਂ ਇੰਸਟਰਕਸ਼ਨ ਲੀਗਲ ਕਲਰਕ ਦੇ ਵਿੱਚ ਰਹੀਆਂ ਸਨ, ਇਸ ਅਕੋਰਡਿੰਗ ਜਿਹੜੀਆਂ ਤੁਹਾਡੀਆਂ SSSB ਕਲਰਕ ਦਾ ਨੈਕਸਟ ਟੈਸਟ ਹੋਣਾ ਉਸ ਵਿੱਚ ਰਹਿਣਗੀਆਂ। ਸੋ ਇਸ ਸੰਬੰਧੀ ਕੋਈ ਵੀ ਡਾਊਟ ਹੋਇਆ ਕਮੈਂਟ ਜ਼ਰੂਰ ਕਰ ਦੇਣਾ। ਥੈਂਕਸ ਫॉर ਵਾਚਿੰਗ, ਟੇਕ ਕੇਅਰ।